ਖਾਲਸਾ ਕ੍ਰੈਡਿਟ ਯੂਨੀਅਨ, ਵਾਹ ਬਈ ਵਾਹ। ਮਨੀ ਸਿੰਘ ਜੀ ਹਮੇਸ਼ਾ ਹੀ ਆਪਣੇ ਮੈਂਬਰਸ ਲਈ ਵਧੀਆ ਸੋਚਦੇ ਹਨ। ਹੁਣ ਟੈਕਸ ਫ੍ਰੀ ਸੇਵਿੰਗ ਅਕਾਊਂਟਸ ਤੇ ਲਓ 2% ਵਿਆਜ। ਆਰਆਰਐਸਪੀ ਡਿਪੋਜ਼ਿਟ ਰੇਟਸ ਵੀ ਸੁਣੋ। 1 ਸਾਲ ਤੇ 2%, 2 ਸਾਲ ਤੇ 2.10%, 3 ਸਾਲ ਤੇ 2.30%, 4 ਸਾਲ ਤੇ 2.40% ਤੇ 5 ਸਾਲ ਤੇ 2.50%। ਆਰਆਰਐਸਪੀ ਲੋਨਸ ਵੀ ਲਓ 1 ਸਾਲ ਪ੍ਰਾਈਮ ਤੇ 2 ਸਾਲ ਪ੍ਰਾਈਮ ਪਲੱਸ 0.5%। ਯਾਦ ਰੱਖਣਾ ਆਰਆਰਐਸਪੀ ਡੈਡਲਾਈਨ 1 ਮਾਰਚ ਹੈ। ਖਾਲਸਾ ਕ੍ਰੈਡਿਟ ਯੂਨੀਅਨ ਤੁਹਾਡੀ ਆਪਣੀ ਕ੍ਰੈਡਿਟ ਯੂਨੀਅਨ। ਗੁਰੂ ਸਾਹਿਬਾਂ ਨੇ ਸਾਡੀ ਸੋਚ ਵਿੱਚ ਇੱਕ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਕਰਕੇ ਇੱਕ ਨਵੇਂ ਧਰਮ ਦੀ ਸਥਾਪਨਾ ਕੀਤੀ ਗਈ ਕਿ ਅਸੀਂ ਮਨਮਤ ਚੋਂ ਬਾਹਰ ਨਿਕਲ ਕੇ ਜੀਵਨ ਜਾਚ ਸਿੱਖ ਸਕੀਏ ਕਿ ਸਾਡਾ ਜੀਵਨ ਵਿੱਚ ਆਉਣ ਦਾ ਮਕਸਦ ਕੀ ਹੈ। ਅਫਸੋਸ ਕਿ ਗੁਰੂ ਸਾਹਿਬ ਨੂੰ ਜੋ ਕੁਝ ਉਹਨਾਂ ਨੇ ਕਿਹਾ ਉਸ ਨੂੰ ਅਸੀਂ ਵਾਹ ਵਾਹ ਤਾਂ ਧੰਨ ਧੰਨ ਤਾਂ ਬਹੁਤ ਕਹਿ ਦਿੰਦੇ ਹਾਂ, ਲੇਕਿਨ ਉਸ ਨੂੰ ਅੱਜ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਲਈ ਤਿਆਰ ਨਹੀਂ ਹੈਗੇ। ਜੋ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਉਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ, ਪਰ ਇਹਨਾਂ ਚੀਜ਼ਾਂ ਚੋਂ ਕਿਵੇਂ ਬਾਹਰ ਨਿਕਲਣਾ ਹੈ, ਕਿਵੇਂ ਸਾਨੂੰ ਪਤਾ ਲੱਗੇ ਕਿ ਜੋ ਗੁਰੂ ਦਾ ਅਸਲ ਸਿਧਾਂਤ ਕੀ ਹੈ। ਉसी ਨੂੰ ਮੁੱਖ ਰੱਖਦੇ ਹੋਏ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿ ਜੋ ਕੁਝ ਬੇਸਿਕ ਕਨਸੈਪਟਸ ਨੇ ਉਹਨਾਂ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਹਾਂ। ਇਸ ਦੇ ਵਿੱਚ ਆ ਕੇ ਪ੍ਰੋਗਰਾਮ ਵਿੱਚ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਮੇਰੇ ਨਾਲ ਸਾਂਝ ਪਾਉਂਦੇ ਨੇ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ। ਇਹ ਇਹੀ ਹਮੇਸ਼ਾ ਕਹਿੰਦੇ ਨੇ ਕਿ ਆਓ ਆਪਣੇ ਮੂਲ ਨੂੰ ਪਹਿਚਾਨ ਸਕੀਏ, ਅਸਲ ਸਿਧਾਂਤ ਕੀ ਉਸ ਨਾਲ ਜੁੜ ਸਕੀਏ ਤੇ ਜਿੱਥੇ ਆਪਣੇ ਜੀਵਨ ਵਿੱਚ ਅਸੀਂ ਖੁਸ਼ਹਾਲੀ ਲਿਆਈਏ ਨਾਲ ਸਮਾਜ ਵਿੱਚ ਨੂੰ ਵੀ ਕੁਝ ਕੰਟਰੀਬਿਊਟ ਕਰ ਸਕੀਏ। ਪਿਛਲੇ ਹਫ਼ਤੇ ਅਸੀਂ ਤੁਹਾਡੇ ਨਾਲ ਸਿਮਰਨ ਬਾਰੇ ਗੱਲਬਾਤ ਕੀਤੀ ਸੀ, ਜਿਸ ਦੇ ਫਲਸਰੂਪ ਇੱਕ ਹੋਰ ਵਿਸ਼ਾ ਜਿਹੜਾ ਕਿ ਲਾਸਟ ਟਾਈਮ ਸਿਰਫ ਟੱਚ ਹੀ ਕੀਤਾ ਸੀ ਕਿ ਨਾਮ ਜਪਣਾ ਫਿਰ ਕੀ ਹੈ, ਕੀ ਸਿਮਰਨ ਤੇ ਨਾਮ ਜਪਣਾ ਕੁਝ ਹੋਰ ਹੈ। ਆਓ ਇਸੇ ਸੰਬੰਧ ਵਿੱਚ ਕੁਝ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਤੋਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ। ਹਰਪ੍ਰੀਤ ਸਿੰਘ ਜੀ, ਤੁਹਾਡਾ ਜਿਹੜਾ ਟੌਪਿਕ ਹੈ ਸੀਰੀਅਲ ਵਾਈਜ਼ ਚੱਲ ਰਿਹਾ ਬਹੁਤ ਵਧੀਆ, ਕਿਉਂਕਿ ਸਿਮਰਨ ਤੇ ਨਾਮ ਜਪਣਾ ਇੱਕ ਕਿਸਮ ਦੇ ਅਸੀਂ ਅਲੱਗ ਵਿਸ਼ੇ ਕਹਿ ਸਕਦੇ ਹਾਂ। ਓਕੇ। ਸਿਮਰਨ ਦਾ ਅਸੀਂ ਪਿਛਲੇ ਹਫ਼ਤੇ ਜਿਵੇਂ ਕੀਤਾ ਸੀ ਯਾਦ ਜੀ, ਉਹਦੀ ਯਾਦ ਜਿਹੜੀ ਹਰ ਵਕਤ ਹੋਵੇ। ਨਾਮ ਜਪਣਾ ਵੀ ਥੋੜਾ ਬਹੁਤਾ ਸੰਬੰਧਿਤ ਹੈ, ਪਰ ਉਹਦੇ ਨਾਲ ਇੱਕ ਚੀਜ਼ ਅਸੀਂ ਹੋਰ ਵੀ ਦੇਖਣੀ ਹੈਗੀ ਆ ਜੀ। ਅਸੀਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ। ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਜੀ। ਕਾਰ ਦੇ ਪਹੀਏ ਦੇ ਥੱਲੇ ਜੈਕ ਲੱਗਾ ਹੋਵੇ, ਪਰ ਅਸੀਂ ਕਾਰ ਸਟਾਰਟ ਕਰਕੇ ਪਹੀਏ ਘੁਮਾਉਂਦੇ ਰਹੀਏ, ਤੇਜ਼ੀ ਨਾਲ ਪਹੀਏ ਘੁੰਮਦੇ ਰਹਿਣਗੇ, ਕੀ ਹੋਏਗਾ? ਇੱਕ ਤੇ ਪੈਟਰੋਲ ਖਤਮ ਹੋ ਜਾਏਗਾ, ਦੂਜਾ ਸਾਡਾ ਸਮਾਂ ਵੇਸਟ ਹੋਏਗਾ ਜੀ, ਤੇ ਸਾਡੀ ਗੱਡੀ ਜਿਹੜੀ ਉਹ ਮੰਜ਼ਿਲ ਤੇ ਰਹੇਗੀ, ਨਹੀਂ ਪਹੁੰਚੇਗੀ, ਬਿਲਕੁਲ ਉੱਥੇ ਹੀ ਰਹਿ ਜਾਏਗੀ ਜੀ। ਹਾਂ, ਵਾਹਿਗੁਰੂ ਕਹਿਣਾ ਤੇ ਇਸ ਤਰ੍ਹਾਂ ਕਹੀਏ ਕਿ ਮਨ ਦੇ ਥੱਲੇ ਜਿਹੜਾ ਹੰਕਾਰ ਦਾ ਜੈਕ ਲੱਗਿਆ ਹੋਇਆ ਹੈ ਇਹ ਹਟ ਜਾਏ, ਤੇ ਉਹਦੇ ਨਾਲ ਕੀ ਹੋਏਗਾ? ਇਹ ਪਹੀਏ ਜਿਹੜੇ ਨੇ ਸਾਡੇ ਦਿਲ ਦੀ ਸੜਕ ਨਾਲ ਲੱਗ ਕੇ ਚੱਲਣ, ਸਾਡੇ ਸਵਾਸਾਂ ਦਾ ਪੈਟਰੋਲ ਵੀ ਖਤਮ ਨਹੀਂ ਹੋਏਗਾ ਤੇ ਅਸੀਂ ਆਪਣੀ ਮੰਜ਼ਿਲ ਤੇ ਵੀ ਪਹੁੰਚ ਜਾਵਾਂਗੇ ਇਸ ਖਤਮ ਹੋਣ ਤੋਂ ਪਹਿਲਾਂ ਜੀ। ਭਾਵ ਵਾਹਿਗੁਰੂ ਮੈਂ ਕਹਾਂ ਹੰਕਾਰ ਦੇ ਜੈਕ ਦੇ ਉੱਪਰ ਨਾ ਖੜਿਆ ਹੋਵਾਂ, ਇਹ ਵਾਹਿਗੁਰੂ ਮੇਰੇ ਦਿਲ ਦੀ ਸੜਕ ਨਾਲ ਲੱਗ ਕੇ ਚੱਲੇ ਤੇ ਤਾਂ ਹੀ ਮੈਂ ਕਿਤੇ ਪਹੁੰਚ ਸਕਦਾ ਵਾਂ। ਠੀਕ। ਪਰ ਵਾਹਿਗੁਰੂ ਮੈਂ ਜ਼ਬਾਨ ਤੋਂ ਕਹਾਂ ਤੇ ਇਹਦਾ ਕੁਝ ਨਾ ਕੁਝ ਰਿਜ਼ਲਟ ਵੀ ਆਉਣਾ ਚਾਹੀਦਾ ਹੈਗਾ। ਜਿਵੇਂ ਅਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੁਸ਼ ਪੜ੍ਹਦੇ ਹਾਂ, ਉਹਦੇ ਚ ਉਹਨਾਂ ਨੇ ਨਾਮ ਅਭਿਆਸ ਦੀ ਗੱਲ ਕੀਤੀ ਜੀ, ਪਰ ਉਹ ਇੰਨੇ ਕਮਾਲ ਦੀ ਗੱਲ ਹੈ ਨਾਮ ਅਭਿਆਸ ਦੀ ਕਿ ਕਈ ਵਾਰੀ ਪੜ੍ਹ ਕੇ ਹੈਰਾਨ ਰਹਿ ਜਾਈਦਾ। ਉਹਨਾਂ ਨੇ ਨਾਮ ਅਭਿਆਸ ਦੇ ਵਿੱਚ 5 ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜੀ। ਨੰਬਰ 1 ਕਿਹਾ ਹੈ ਨਾਮੀ ਵਿੱਚ ਪ੍ਰੇਮ ਕਰਕੇ। ਦੂਸਰੀ ਗੱਲ ਉਹਦੇ ਨਾਮ ਦੇ ਤਾਤਪਰੇ ਨੂੰ ਚਿੰਤਨ ਕਰਦੇ ਹੋਏ। ਤੀਜੀ ਗੱਲ ਚਿੱਤ ਬ੍ਰਿਤੀ ਵਿੱਚ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ ਜੀ। ਚੌਥੀ ਗੱਲ ਇਸ ਅਭਿਆਸ ਦੀ ਪਰਪੱਕ ਅਵਸਥਾ ਦਾ ਨਾਮ ਗੁਰਮਤਿ ਵਿੱਚ ਲਿਵ। ਅਗਲੀ ਗੱਲ ਅਤੇ ਉਸ ਤੋਂ ਪ੍ਰਾਪਤ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ ਜੀ। ਇਹ 5 ਚੀਜ਼ਾਂ ਅਸੀਂ ਇੱਕ ਇੱਕ ਕਰਕੇ ਵਿਚਾਰਨੀਆਂ ਨੇ, ਤਾਂ ਹੀ ਸਾਨੂੰ ਨਾਮ ਅਭਿਆਸ ਨਾਮ ਜਪਣ ਦੀ ਗੱਲ ਸਮਝ ਲੱਗੇਗੀ। ਸ਼ੋਰ। ਪਹਿਲੀ ਗੱਲ ਹੈ ਨਾਮੀ ਵਿੱਚ ਪ੍ਰੇਮ ਕਰਕੇ, ਭਾਵ ਜਿਸ ਦਾ ਅਸੀਂ ਨਾਮ ਲੈਣ ਲੱਗੇ ਹਾਂ ਸਾਡਾ ਉਹਦੇ ਨਾਲ ਪ੍ਰੇਮ ਤੇ ਹੋਵੇ ਜੀ। ਜੇ ਪ੍ਰੇਮ ਹੀ ਨਹੀਂ ਤੇ ਫਿਰ ਨਹੀਂ। ਕਈ ਵਾਰੀ ਕੀ ਹੁੰਦਾ ਹੈ ਅਸੀਂ ਜ਼ਬਾਨ ਤੋਂ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਆ, ਪਰ ਸਾਡੇ ਅੰਦਰ ਪ੍ਰੇਮ ਨਹੀਂ ਹੁੰਦਾ। ਜਿਵੇਂ ਕਿਸੇ ਦਾ ਬੱਚਾ ਗਵਾਚ ਜਾਏ ਜਾਂ ਸਕੂਲ ਤੋਂ ਵਾਪਸ ਕਰਨ ਆਏ, ਪਿਤਾ ਬੇਤਹਾਸ਼ਾ ਲੱਭਦਾ, ਸਕੂਲ ਤੋਂ ਵੀ ਪਤਾ ਕਰੇਗਾ, ਉਹਦੇ ਦੋਸਤਾਂ ਮਿੱਤਰਾਂ ਦੇ ਘਰਾਂ ਤੋਂ ਪਤਾ ਕਰੇਗਾ, ਇੱਥੋਂ ਤੱਕ ਬਾਜ਼ਾਰਾਂ ਦੇ ਵਿੱਚੋਂ ਦੁਕਾਨਾਂ ਚੋਂ ਵੀ ਰਿਸ਼ਤੇਦਾਰਾਂ ਨੂੰ ਫੋਨ ਕਰਕੇ। ਪਰ ਜੇ ਰਾਤ ਤੱਕ ਬੱਚਾ ਪੁੱਤਰ ਨਾ ਆਇਆ ਕਰੇ, ਫਿਰ ਉਸ ਪਿਤਾ ਦੇ ਸਾਹਮਣੇ ਮਾਲ ਪੂੜੇ ਰੱਖ ਦਿਓ ਖਾਣ ਵਾਸਤੇ, ਉਹਨੂੰ ਚੰਗੇ ਨਹੀਂ ਲੱਗਣਗੇ ਜੀ। ਉਹਦੇ ਸਾਹਮਣੇ ਰੇਸ਼ਮੀ ਬਸਤਰ ਰੱਖ ਦਿਓ, ਉਹਨੂੰ ਪਹਿਨਣੇ ਚੰਗੇ ਨਹੀਂ ਲੱਗਣਗੇ। ਰਾਤ ਉਹਦੀਆਂ ਅੱਖਾਂ 'ਚ ਨੀਂਦ ਨਹੀਂ ਹੋਏਗੀ ਜੀ। ਉਹ ਸੋਚੇਗਾ ਕਦੋਂ ਸਵੇਰ ਹੋਵੇ ਮੈਂ ਆਪਣੇ ਪੁੱਤਰ ਨੂੰ ਲੱਭਣ ਤੁਰਾਂ। ਠੀਕ। ਹੁਣ ਅਸੀਂ ਰੱਬ ਦੀ ਖੋਜ ਤੇ ਕਰ ਰਹੇ ਹਾਂ ਵਾਹਿਗੁਰੂ ਦੀ,
ਪਰ ਅਸੀਂ ਸਵੇਰੇ 8 ਵਜੇ ਉੱਠ ਕੇ 10 ਖਾ ਕੇ ਪਰੌਂਠੇ ਅਸੀਂ ਬਾਣੀ ਪੜਨ ਬਹਿ ਜਾਂਦੇ ਆ ਕਿ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨੀ ਬਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ। ਠੀਕ। ਹਾਲਾਂਕਿ ਸਾਡਾ ਖਾਣਾ ਪੀਣਾ ਹਰਾਮ ਨਹੀਂ ਹੋਇਆ, ਜੀ। ਪਰ ਅਸੀਂ ਰੱਬ ਨੂੰ ਲੱਭ ਰਹੇ ਆ। ਕਦੀ ਕਿਸੇ ਨੇ ਉਸ ਪਿਤਾ ਵਾਂਗੂ ਰੱਬ ਨੂੰ ਲੱਭਿਆ ਜਿਵੇਂ ਪਿਤਾ ਬੇਤਹਾਸ਼ਾ ਪੁੱਤਰ ਨੂੰ ਲੱਭਦਾ ਹੈ? ਰਾਈਟ। ਇਸ ਤਰ੍ਹਾਂ ਦੀ ਸਾਡੇ ਅੰਦਰ ਕਦੀ ਸੋਚ ਆਈ ਰੱਬ ਨੂੰ ਮਿਲਣ ਦੀ ਕਿ ਸੱਚਮੁੱਚ ਅਸੀਂ ਕਹਿ ਸਕੀਏ ਕਿ ਮੋਹਨ ਨੀਂਦ ਨਾ ਆਵੇ ਹਾਵੇ, ਹਾਰ ਕੱਜਰ ਬਸਤਰ ਅਪਹਰਨ ਕੀਨੇ, ਉਡੀਨੀ 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 ਕਬ ਘਰ ਆਵੇਰੀ। ਜਾਂ ਅਸੀਂ ਕਹਿ ਸਕੀਏ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਹਿ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੀ ਜੀ। ਇਹ ਕੰਡੀਸ਼ਨ ਨਹੀਂ ਆਈ ਸਾਡੀ ਜ਼ਿੰਦਗੀ 'ਚ। ਰਾਈਟ। ਨਾਮੀ ਵਿੱਚ ਪ੍ਰੇਮ ਕਰਕੇ, ਭਾਵ ਜਿਹਦਾ ਨਾਮ ਜਪਣਾ ਉਹਦੇ ਨਾਲ ਪ੍ਰੇਮ ਹੋਵੇ, ਕਿਉਂਕਿ ਨਾਮੀ ਨਾਲ ਪ੍ਰੇਮ ਹੋਏਗਾ ਤੇ ਤਾਂ ਹੀ ਸਾਨੂੰ ਉਹਦਾ ਨਾਮ ਚੰਗਾ ਲੱਗੇਗਾ। ਠੀਕ। ਸਾਡੇ ਸਾਹਮਣੇ ਕੋਈ ਸਾਡੇ ਮਿੱਤਰ ਦਾ ਨਾਮ ਲੈਂਦੇ ਅਸੀਂ ਖੁਸ਼ ਹੋ ਜਾਂਦੇ ਆ, ਉਹ ਤਾਂ ਸਾਡਾ ਮਿੱਤਰ ਹੈ ਜੀ। ਜੀ। ਕੋਈ ਦੁਸ਼ਮਣ ਦਾ ਨਾਮ ਲਵੇ ਅਸੀਂ ਕਹਿੰਦੇ ਛੱਡ ਪਰਾਂ, ਕਿਹਦਾ ਨਾਮ ਲੈ ਬੈਠੇ। ਹੁਣ ਰੱਬ ਦਾ ਨਾਮ ਲੈਣ ਲੱਗਿਆ ਇੱਕ ਚਾਉ ਪੈਦਾ ਹੋਵੇ, ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਸੀ ਹੈ ਤਾਂ ਪਾਈ ਮੁਖ ਦੁਆਰ। ਨਾਮ ਸੁਣ ਕੇ ਖੁਸ਼ੀ ਆ ਜਾਏ, ਇੱਕ ਤੇ ਨਾਮੀ ਵਿੱਚ ਪ੍ਰੇਮ ਕਰਕੇ। ਦੂਸਰੀ ਗੱਲ, ਉਸ ਦੇ ਨਾਮ ਦੇ ਤਾਤਪਰਯ ਨੂੰ ਚਿੰਤਨ ਕਰਦੇ ਹੋਏ। ਜੀ। ਹੁਣ ਸ਼ਬਦਾਵਲੀ ਤੇ ਡੂੰਘੀ ਹੈ, ਪਰ ਇਹਦੇ ਅਰਥ ਨੇ ਉਹਦੇ ਨਾਮ ਦਾ ਜਿਹੜਾ ਤਾਤਪਰਜ ਹੁੰਦਾ, ਉਹਦਾ ਮਕਸਦ, ਉਹਦਾ ਮੀਨਿੰਗ, ਉਹਦੇ ਅਰਥ ਦਾ ਚਿੰਤਨ ਕਰਦੇ ਹੋਏ ਮੈਨੇ ਯਾਦ ਕਰਕੇ, ਉਹਦੇ ਨਾਮ ਦੇ ਮੀਨਿੰਗ ਨੂੰ ਯਾਦ ਕਰਕੇ। ਰਾਈਟ। ਹੁਣ ਮੀਨਿੰਗ ਕਿਵੇਂ ਹੋਣਗੇ? ਜਿਵੇਂ ਮੈਂ ਆਪਣੀ ਜ਼ਬਾਨ ਤੋਂ ਆਪਣੇ ਬੱਚੇ ਦਾ, ਪੁੱਤਰ ਦਾ ਨਾਂ ਲਿਆ, ਮੇਰੇ ਸਾਹਮਣੇ ਮੇਰੇ ਬੇਟੇ ਦਾ ਚਿਹਰਾ ਆ ਗਿਆ, ਉਹਦਾ ਸ਼ਰਾਰਤੀ ਸੁਭਾਅ ਆ ਗਿਆ, ਉਹਦੇ ਗੁਣ ਔਗਣ ਮੇਰੀਆਂ ਅੱਖਾਂ ਸਾਹਮਣੇ ਆ ਗਏ। ਜੀ। ਮੈਂ ਆਪਣੀ ਜ਼ਬਾਨ ਤੋਂ ਮਿੱਤਰ ਦਾ ਨਾਮ ਲਿਆ, ਮੇਰੇ ਮਿੱਤਰ ਦਾ ਚਿਹਰਾ, ਉਹਦੇ ਗੁਣ ਔਗਣ ਮੇਰੇ ਸਾਹਮਣੇ ਆ ਗਏ। ਮੈਂ ਜੇ ਤੁਹਾਡਾ ਨਾਂ ਲਿਆ ਸਰਦਾਰ ਹਰਪ੍ਰੀਤ ਸਿੰਘ, ਇੱਕ ਦਸਤਾਰ ਵਾਲੇ ਮਿੱਠ ਬੋਲੜੇ ਚਿਹਰੇ ਮੇਰੇ ਸਾਹਮਣੇ ਅੱਖਾਂ ਦੇ ਆ ਗਏ, ਤੁਹਾਡਾ ਗੁਣ ਮੇਰੇ ਸਾਹਮਣੇ ਆ ਗਿਆ, ਤੁਸੀਂ ਮਿੱਠ ਬੋਲੜੇ ਹੋ, ਨਿਮਰਤਾ ਵਾਲੇ ਹੋ। ਜੀ। ਜੇ ਮੈਂ ਇਸੇ ਤਰ੍ਹਾਂ ਹੀ ਨਾਮ ਸਰਦਾਰ ਹਰਪ੍ਰੀਤ ਸਿੰਘ ਕਵਾਂ ਤੇ ਇੱਕ ਲੁਧਿਆਣੇ ਦਾ ਮੇਰਾ ਮਿੱਤਰ ਹੈ ਜਿਹੜਾ ਸਿਰ ਤੇ ਟੋਪੀ ਲਗਾ ਰਿਹਾ, ਕਲੀਨ ਸ਼ੇਵਨ ਹੈ, ਮੈਨੂੰ ਉਹ ਨਜ਼ਰ ਆ ਗਿਆ, ਤੇ ਕੀ ਹੈ, ਇੱਕ ਨਾਮ ਕਈਆਂ ਦੇ ਹੋ ਸਕਦੇ। ਜੀ ਬਿਲਕੁਲ। ਨਾਮ ਕਿਸੇ ਦਾ ਵੀ ਹੋ ਸਕਦਾ ਹੈ, ਪਰ ਜੇ ਦਸਤਾਰ ਯਾਦ ਆਈ, ਮੈਂ ਤੁਹਾਨੂੰ ਯਾਦ ਕੀਤਾ, ਲੁਧਿਆਣੇ ਵਾਲੇ ਨੂੰ ਨਹੀਂ ਕੀਤਾ, ਤੇ ਜੇ ਮੈਨੂੰ ਟੋਪੀ ਯਾਦ ਆਈ, ਕਲੀਨ ਸ਼ੇਵਨ ਚਿਹਰਾ ਮੇਰੀ ਅੱਖਾਂ ਸਾਹਮਣੇ ਆਇਆ, ਫਿਰ ਮੈਂ ਸਰਦਾਰ ਹਰਪ੍ਰੀਤ ਸਿੰਘ ਵੀ ਕਵਾਂ ਮੈਂ ਲੁਧਿਆਣੇ ਵਾਲੇ ਨੂੰ ਹੀ ਯਾਦ ਕੀਤਾ, ਮੈਂ ਤੁਹਾਨੂੰ ਨਹੀਂ ਯਾਦ ਕੀਤਾ। ਜੀ। ਕਿਉਂਕਿ ਜਿਹਨੂੰ ਯਾਦ ਕਰੀਏ ਉਹਦਾ ਗੁਣ ਔਗਣ ਚਿਹਰਾ ਸਾਹਮਣੇ ਤੇ ਆਵੇ। ਬਿਲਕੁਲ। ਇਸ ਕਰਕੇ ਜੇ ਮੈਂ ਜ਼ਬਾਨ ਤੋਂ ਵਾਹਿਗੁਰੂ ਕਹਿ ਦਿੱਤਾ ਤੇ ਘੱਟੋ ਘੱਟ ਵਾਹਿਗੁਰੂ ਕਹਿਣ ਤੇ ਕੁਝ ਵੀ ਨਹੀਂ ਹੋਇਆ। ਮੈਂ ਵਾਹਿਗੁਰੂ ਕਿਹਾ, ਕੋਈ ਉਹਦਾ ਗੁਣ, ਕੋਈ ਸੁਭਾਅ, ਕੋਈ ਰੂਪ, ਕੁਝ ਵੀ ਮੇਰੀ ਅੱਖਾਂ ਸਾਹਮਣੇ ਨਹੀਂ ਆਇਆ। ਹਾਂ, ਮੈਂ ਵਾਹਿਗੁਰੂ ਕਹਾਂ, ਸੱਚਮੁੱਚ ਮੈਨੂੰ ਵਾਹਿਗੁਰੂ ਦੇ ਗੁਣ ਸੁਭਾਅ ਸਾਹਮਣੇ ਆ ਜਾਣ, ਉਸ ਦੇ ਨਾਮ ਦੇ ਤਾਤਪਰਯ ਨੂੰ ਚਿੰਤਨ ਕਰਦੇ ਹੋਏ, ਭਾਵ ਉਹਦੇ ਨਾਮ ਨੂੰ ਯਾਦ ਕਰਕੇ, ਉਹਦੇ ਗੁਣ ਔਗੁਣਾਂ ਦਾ ਚਿੰਤਨ ਕਰਕੇ ਵੀ ਇਸ ਦੇ ਵਿੱਚ ਆ ਗੁਣ ਨੇ। ਹੁਣ ਜਦੋਂ ਮੈਂ ਵਾਹਿਗੁਰੂ ਕਹਾਂ, ਰੱਬ ਦੇ ਗੁਣ ਕਿਵੇਂ ਮੇਰੀ ਅੱਖਾਂ ਸਾਹਮਣੇ ਆਣ? ਮੇਰੇ ਸਾਹਮਣੇ ਪਹਿਲਾਂ ਤੇ ਨਿਰਗੁਣ ਗੁਣ ਆ ਜਾਣ ਉਹਦੇ। ਜੀ। ਨਿਰਗੁਣ ਮੈਨੇ ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਪਰੇ। ਠੀਕ। ਨਿਰਗੁਣ ਰੂਪ ਉਹਦਾ ਕੀ ਹੈ ਕਿ ਉਹ ਇੱਕ ਹੈ, ਵਿਆਪਕ ਹੈ, ਇੱਕ ਓੰਕਾਰ। ਜੀ। ਸਦੀਵੀ ਸੱਚਾ ਹੈ, ਸਦੀਵੀ ਨਾਮ ਹੋਣ ਵਾਲਾ ਹੈ। ਜੀ। ਕਰਤਾ ਪੁਰਖ ਮੈਨੇ ਉਹ ਪੈਦਾ ਕਰਕੇ ਸਾਰਿਆਂ 'ਚ ਸਮਾ ਗਿਆ। ਨਿਰਭਉ ਮੈਨੇ ਮੇਰੇ ਉਸ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਕਿਸੇ ਤੋਂ ਡਰ ਨਹੀਂ ਹੈ। ਨਿਰਵੈਰ ਮੈਨੇ ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਅਕਾਲ ਮੂਰਤ ਉਹਦੀ ਹੋਂਦ ਮੌਤ ਤੋਂ ਪਰੇ ਹੈ। ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ। ਜੀ। ਸੈਭੰ ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ। ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੀ। ਹੁਣ ਮੈਂ ਵਾਹਿਗੁਰੂ ਕਵਾਂ, ਮੈਨੂੰ ਨਿਰਵੈਰ ਯਾਦ ਆ ਜਾਏ, ਮੈਨੂੰ ਨਿਰਭਉ ਯਾਦ ਆ ਜਾਏ, ਮੈਨੂੰ ਬਖਸ਼ਿੰਦ ਯਾਦ ਆ ਜਾਏ, ਉਹ ਪਾਪ ਬਖਸ਼ ਦਿੰਦਾ, ਮੁਆਫ ਕਰ ਦਿੰਦਾ, ਮੈਨੂੰ ਦਿਆਲੂ ਯਾਦ ਆ ਜਾਏ, ਉਹ ਤਰਸ ਖਾਂਦਾ, ਫਿਰ ਤੇ ਮੈਂ ਵਾਹਿਗੁਰੂ ਕਿਹਾ। ਜੀ। ਤੇ ਜੇ ਵਾਹਿਗੁਰੂ ਕਹਿੰਦੇ ਕੁਝ ਵੀ ਮੇਰੇ ਦਿਮਾਗ 'ਚ ਨਹੀਂ ਆਇਆ, ਮੈਂ ਵਾਹਿਗੁਰੂ ਨਹੀਂ ਕਿਹਾ। ਦੂਜੀ ਗੱਲ ਇਹ ਹੈ ਕਿ ਉਹਦੇ ਨਾਮ ਦੇ ਤਾਤਪਰਯ ਨੂੰ ਚਿੰਤਨ ਕਰਦੇ ਹੋਏ, ਭਾਵ ਉਹਦਾ ਨਾਮ ਲਵਾਂ, ਉਹਦੇ ਗੁਣ ਮੈਨੂੰ ਯਾਦ ਆ ਜਾਣਾ। ਠੀਕ। ਤੀਸਰੀ ਗੱਲ, ਚਿੱਤ ਵ੍ਰਿਤੀ ਨੂੰ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ। ਆਪਣੇ ਚਿੱਤ ਵ੍ਰਿਤੀ ਦਾ ਕੰਮ ਚੇਤਾ ਕਰਨਾ ਹੁੰਦਾ ਹੈ। ਜੀ। ਜਿਹੜੇ ਉਹਦੇ ਗੁਣ ਮੈਨੂੰ ਯਾਦ ਆਏ, ਮੈਂ ਉਹਨੂੰ ਚੇਤਾ ਕਰਕੇ ਜੋੜ ਲਵਾਂ ਆਪਣੇ ਜੀਵਨ ਵਿੱਚ। ਠੀਕ। ਜੇ ਰੱਬ ਦਿਆਲੂ ਹੈ, ਮੈਂ ਵੀ ਕਿਸੇ ਤੇ ਤਰਸ ਖਾ ਸਕਾਂ। ਜੇ ਰੱਬ ਬਖਸ਼ਿੰਦ ਹੈ, ਮੈਂ ਵੀ ਕਿਸੇ ਦੀ ਗਲਤੀ ਮੁਆਫ ਕਰਨ ਦਾ ਜਿਗਰਾ ਰੱਖ ਸਕਦਾ ਹਾਂ। ਜੇ ਰੱਬ ਨਿਰਵੈਰ ਹੈ, ਫਿਰ ਮੇਰੀ ਕਿਸੇ ਨਾਲ ਦੁਸ਼ਮਣੀ ਨਾ ਰਵੇ। ਜੀ। ਜੇ ਰੱਬ ਨਿਰਭਉ ਹੈ, ਫਿਰ ਮੈਂ ਵੀ ਕਿਸੇ ਪਖੰਡ ਆਦਿਕ ਤੋਂ ਨਾ ਡਰਾਂ। ਇਹ ਹੈ
ਚਿੱਤ ਵ੍ਰਿਤੀ ਨੂੰ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ। ਠੀਕ ਕਿਵੇਂ? ਮੈਂ ਇਸੇ ਮੂਲ ਮੰਤਰ ਨੂੰ ਇੱਕ ਸੰਖੇਪ ਰੂਪ ਵਿੱਚ ਦੱਸ ਦਿੰਦਾ ਹਾਂ। ਜੀ। ਅਸੀਂ ਇੱਕ ਓਂਕਾਰ ਤੱਕ ਪਹੁੰਚਣਾ ਹੈ ਤੇ ਪਹੁੰਚਣਾ ਹੈ ਗੁਰੂ ਦੀ ਕਿਰਪਾ ਨਾਲ। ਜੀ। ਅਖੀਰ ਤੇ ਗੁਰੂ ਪ੍ਰਸਾਦ। ਇਹਦਾ ਮਤਲਬ ਗੁਰੂ ਦੀ ਕਿਰਪਾ ਪਹਿਲਾਂ ਲੈਣੀ ਪਏਗੀ, ਤਾਂ ਹੀ ਅਸੀਂ ਇੱਕ ਓਂਕਾਰ ਤੱਕ ਪਹੁੰਚਾਂਗੇ। ਠੀਕ। ਪਹਿਲਾਂ ਤੇ ਆਪਣੀ ਮਨ ਦੀ ਮੱਤ ਛੱਡ ਕੇ, ਹੰਕਾਰ ਤਿਆਗ ਕੇ ਗੁਰੂ ਦੀ ਮੱਤ ਲਵਾਂਗੇ। ਫਿਰ ਗੁਰੂ ਇੱਕ ਮੱਤ ਦੇਗਾ, ਜੇ ਇੱਕ ਓਂਕਾਰ ਤੱਕ ਪਹੁੰਚਣਾ ਹੈ ਤੇ ਰੱਬ ਦਾ ਗੁਣ ਹੈ ਸਹਿਬੰਗ। ਉਹਦੇ ਗੁਣ ਨੂੰ ਚਿੱਤ ਵ੍ਰਿਤੀ ਚ ਵਸਾ, ਤੂੰ ਵੀ ਸਹਿਬੰਗ ਹੋ। ਇਹ ਸਹਿਬੰਗ ਦਾ ਮਤਲਬ ਸਿਰਫ ਇਹ ਨਹੀਂ ਵੀ ਉਹਦਾ ਆਪਣੇ ਆਪ ਤੋਂ ਪ੍ਰਕਾਸ਼, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਇਹ ਮੈਨੂੰ ਕੁਝ ਸਿਖਾ ਵੀ ਰਿਹਾ ਹੈ ਵਰਡ। ਸਹਿਬੰਗ ਮੈਨੂੰ ਇਹ ਸਿਖਾ ਰਿਹਾ ਹੈ ਕਿ ਤੂੰ ਆਪਣੇ ਸਹਾਰੇ ਖਲੋ। ਆਪਣੇ ਸਹਾਰੇ ਖਲੋਣ ਦਾ ਮਤਲਬ, ਜੇ ਤੇ ਮੇਰੀ ਤਨਖਾਹ ਹੈ $2000 ਮਹੀਨਾ, ਮੇਰੇ ਘਰ $5000 ਮਹੀਨਾ ਆ ਰਿਹਾ ਹੈ, ਇਹਦਾ ਮਤਲਬ 3000 ਕਿਸੇ ਗਰੀਬ ਦਾ ਹੱਕ ਆ ਰਿਹਾ ਹੈ। ਉਹ ਮੇਰਾ ਨਹੀਂ ਹੈ, ਉਹ ਕਿਸੇ ਹੋਰ ਨੂੰ ਮਿਲਣੇ ਚਾਹੀਦੇ ਸੀ। 3000 ਜਿਹੜੇ ਮੇਰੇ ਕੋਲ ਆ ਰਹੇ ਨੇ, ਮੈਂ ਆਪਣੇ ਸਹਾਰੇ ਨਹੀਂ ਰਿਹਾ। ਮੈਂ ਰਿਸ਼ਵਤ ਖਾ ਰਿਹਾ ਵਾਂ, ਮੈਂ ਗਰੀਬ ਦਾ ਹੱਕ ਮਾਰ ਰਿਹਾ, ਜਾਂ ਮੈਂ ਚੋਰੀ ਕਰ ਰਿਹਾ, ਜਾਂ ਮੈਂ ਠੱਗੀ ਕਰ ਰਿਹਾ। ਆਪਣੇ ਸਹਾਰੇ ਤਾਂ ਹੁੰਦਾ ਜੇ ਮੈਂ ਹੱਕ ਦੀ ਕਮਾਈ ਖਾਂਦਾ। ਇਹ ਸਹਿਬੰਗ ਮੈਨੂੰ ਦੱਸ ਰਿਹਾ। ਮੇਰੇ ਬੈਕ ਪ੍ਰੋਬਲਮ ਨਾ ਵੀ ਹੋਵੇ, ਮੈਂ ਫਿਰ ਵੀ ਗਵਰਨਮੈਂਟ ਨੂੰ ਝੂਠ ਬੋਲ ਕੇ ਬੈਨੀਫਿਟ ਲੈ ਰਿਹਾ ਵਾਂ, ਇਹਦਾ ਮਤਲਬ ਮੈਂ ਸਹਿਬੰਗ ਨਹੀਂ ਹਾਂ। ਕਿਸੇ ਜਿਹਨੂੰ ਬੈਕ ਪ੍ਰੋਬਲਮ ਸੀ, ਇਹ ਹੱਕ ਉਹਨੂੰ ਮਿਲਣਾ ਚਾਹੀਦਾ ਸੀ, ਉਹਨੂੰ ਮਿਲਣ ਦੀ ਬਜਾਏ ਮੈਂ ਲੈ ਰਿਹਾ ਵਾਂ, ਇਹਦਾ ਮਤਲਬ ਮੈਂ ਸਹਿਬੰਗ ਨਹੀਂ ਹਾਂ। ਰਾਈਟ। ਸਹਿਬੰਗ ਉਦੋਂ ਜਦੋਂ ਮੈਂ 10 ਨੋਆਂ ਦੀ ਕਿਰਤ ਕਰਕੇ ਆਪਣੇ ਸਹਾਰੇ ਖਲੋ ਜਾਵਾਂਗਾ, ਫਿਰ ਮੈਂ ਸਹਿਬੰਗ ਹੋ ਜਾਵਾਂਗਾ। ਇਹ ਹੈ ਉਹਦੇ ਗੁਣਾਂ ਨੂੰ ਚਿੱਤ ਬ੍ਰਿਤੀ ਵਿੱਚ ਬਾਰ-ਬਾਰ ਜੋੜਨਾ। ਬਹੁਤ ਖੂਬ। ਇਹ ਰਿਅਲਾਈਜੇਸ਼ਨ ਜਿਹੜੀ ਤੁਸੀਂ ਕਹਿ ਰਹੇ ਹੋ, ਜੇਕਰ ਇਹ ਆ ਜਾਏ, ਇਹ ਅਸਲ ਵਿੱਚ ਨਾਮ ਜਪਣਾ ਹੈ। ਇਸ ਦੇ ਅੱਗੇ ਜਿਹੜੇ ਹੋਰ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਕਵਰ ਕਰਨੇ ਇਸ ਬ੍ਰੇਕ ਤੋਂ ਬਾਅਦ ਜੀ।